ਸੂਰਠ ਮਹੱਲਾ ਪੰਜਵਾ। ਗਈ ਬਹੋੜ ਬੰਦੀ ਛੋੜ, ਨਿਰੰਕਾਰ ਦੁਖਦਾਰੀ। ਗਈ ਬਹੋੜ ਬੰਦੀ ਛੋੜ, ਨਿਰੰਕਾਰ ਦੁਖਦਾਰੀ। ਕਰਮ ਨਾ ਜਾਣਾ ਧਰਮ ਨਾ ਜਾਣਾ, ਲੋਭੀ ਮਾਇਆ ਧਾਰੀ। ਨਾਮ ਪਰਿਉ ਭਗਤ ਗੋਬਿੰਦ ਕਾ, ਇਹ ਰਾਖੋ ਪੈਜ ਤੁਮਾਰੀ। ਹਰ ਜੀਉ ਨਿਮਾਣਿਆ ਤੂੰ ਮਾਣ, ਨੇ ਚੀਜ਼ਿਆਂ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕੋ ਕੁਰਬਾਨ। ਰਹਾਉ ਜੈਸਾ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੈ। ਕਰ ਉਪਦੇਸ਼ ਝਿੜਕੇ ਬਹੁ ਭਾਤੀ, ਬਹੁੜ ਪਿਤਾ ਗਲ ਲਾਵੈ। ਪਿਛਲੇ ਅਵਗੁਣ ਬਖਸ਼ ਲਏ ਪ੍ਰਭ, ਆਗੇ ਮਾਰਗ ਪਾਵੈ। ਹਰ ਅੰਤਰ ਜਾਮੀ ਸਭ ਵਿਦ ਜਾਣੈ, ਤਾਂ ਕਿਸ ਪਹਿ ਆਖ ਸੁਣਾਈਐ। ਕਹਿਣ ਕਥਨ ਨਾ ਭੀਜੈ ਗੋਬਿੰਦ, ਹਰ ਭਾਵੈ ਪੈਜ ਰਖਾਈਐ। ਅਵਰ ਓਟ ਮੈਂ ਸਗਲੀ ਦੇਖੀ, ਇੱਕ ਤੇਰੀ ਓਟ ਰਹਾਈਐ। ਹੋਏ ਦਇਆਲ ਕਿਰਪਾਲ ਪ੍ਰਭ ਠਾਕੁਰ, ਆਪੇ ਸੁਣੈ ਬੇਨੰਤੀ। ਪੂਰਾ ਸਤਿਗੁਰ ਮੇਲ ਮਿਲਾਵੈ, ਸਭ ਚੂਕੈ ਮਨ ਕੀ ਚਿੰਤੀ। ਹਰ ਹਰ ਨਾਮ ਅਵਖਦ ਮੁਖ ਪਾਇਆ, ਜਨ ਨਾਨਕ ਸੁਖ ਵਸੰਤੀ। ਪੂਰਾ ਸਤਿਗੁਰ ਮੇਲ ਮਿਲਾਵੈ, ਸਭ ਚੂਕੈ ਮਨ ਕੀ ਚਿੰਤੀ। ਹਰ ਹਰ ਨਾਮ ਅਵਖਦ ਮੁਖ ਪਾਇਆ, ਜਨ ਨਾਨਕ ਸੁਖ ਵਸੰਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਹਿਬ ਸੰਗਤ ਜੀਓ। ਅੱਜ ਆਪਾਂ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗਵਾਲੀਅਰ ਦੇ ਵਿੱਚੋਂ ਜਿਹੜੇ ਉਮਰ ਦੇ ਕੈਦੀ ਰਾਜੇ ਸੀ, ਉਹਨਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਆਪਣਾ ਪੱਲਾ ਪਕੜਾ ਕੇ ਜਿਸ ਪ੍ਰਕਾਰ ਜੇਲ੍ਹ ਚੋਂ ਕੱਢਿਆ ਸੀ, ਉਸ ਸਥਾਨ ਦੇ ਦਰਸ਼ਨ ਕਰਨ ਵਾਸਤੇ ਆਏ ਹਾਂ ਸਾਧ ਸੰਗਤ ਜੀ। ਸਤਿਗੁਰੂ ਮਹਾਰਾਜ ਸਾਹਿਬ ਦੀ ਅੰਮ੍ਰਿਤ ਰੂਪ ਬਾਣੀ ਦਾ ਅੰਮ੍ਰਿਤ ਵੇਲੇ ਤੋਂ ਸੰਗਤ ਨੇ ਕੀਰਤਨ ਕੀਤਾ ਹੈ, ਆਪਾਂ ਸਰਵਣ ਕੀਤਾ ਹੈ, ਅਤੇ ਗੁਰਮੁਖ ਪਿਆਰਿਆਂ ਨੇ ਬੜੀ ਪਿਆਰੀ ਪਿਆਰ ਦੇ ਨਾਲ ਸੰਗਤ ਦੀ ਇਤਨੀ ਭਾਰੀ ਗਿਣਤੀ ਦੀ ਸੇਵਾ ਕੀਤੀ ਹੈ। ਬਲਿਹਾਰ ਜਾਈਏ ਇਹਨਾਂ ਦੀ ਸੇਵਾ ਤੋਂ। ਸਤਿਗੁਰੂ ਮਹਾਰਾਜ ਸਾਹਿਬ ਜੀ ਇਹਨਾਂ ਗੁਰਮੁਖਾਂ ਦੇ ਅੰਦਰ ਇਦੋਂ ਵੀ ਦੂਣਾ ਚੌਗਣਾ ਆਪਣੀ ਸੇਵਾ ਕਰਨ ਦਾ, ਆਪਦੀ ਸਿੱਖੀ ਜੀਵਨ ਦਾ ਪ੍ਰੇਮ ਬਖਸ਼ਣ। ਸੱਚੇ ਪਾਤਸ਼ਾਹ ਦੀ ਕਿਰਪਾ ਦਾ ਸਦਕਾ ਹੀ ਭਾਈ ਪ੍ਰਦੇਸ਼ਾਂ ਵਿੱਚ ਰਹਿ ਕੇ ਗੁਰਸਿੱਖ ਸਤਿਗੁਰੂ ਦੇ ਨਾਲ ਪੂਰਨ ਪਿਆਰ ਨਿਭਾ ਸਕਦੇ ਹਨ। ਜਿਨ੍ਹਾਂ ਤੇ ਗੁਰੂ ਸਾਹਿਬ ਜੀ ਤੁਰਦੇ ਹੈ, ਪ੍ਰਸੰਨ ਹੁੰਦੇ ਹੈ, ਉਹਨਾਂ ਦਾ ਚਿੱਤੀ ਗੁਰੂ ਸਾਹਿਬ ਦੇ ਪਵਿੱਤਰ ਚਰਨਾਂ ਦੇ ਨਾਲ ਜੁੜਦਾ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਭਾਵੇ ਤਾਂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਕੇ ਬਖਸ਼ ਲੈਂਦੇ ਹਨ, ਆਵਾਗਾਉਣ ਤੋਂ ਰਹਿਤ ਕਰ ਦਿੰਦੇ ਹਨ ਗੁਰਸਿੱਖਾਂ ਦੇ ਤਾਈਂ। ਸੋ ਸਤਿਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰ ਦੇ ਮਾਲਕ ਜੀ ਦਾ ਇਹ ਸਥਾਨ ਜਿਸ ਦਾ ਆਪਾਂ ਦਰਸ਼ਨ ਕਰਨ ਵਾਸਤੇ ਆਏ ਹਾਂ। ਜਗਤ ਗੁਰੂ ਹਰਗੋਬਿੰਦ ਸਾਹਿਬ ਗਰੀਬ ਨਵਾਜ਼ ਜੀ ਜਿਸ ਵਕਤ ਜਹਾਂਗੀਰ ਦੇ ਪਾਸ, ਬਾਦਸ਼ਾਹ ਦੇ ਪਾਸ ਚੰਦੂ ਨੇ ਚੁਗਲੀ ਕੀਤੀ ਹੈ ਕਿ ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਵਕਤ ਸ਼ਸਤਰਧਾਰੀ ਹੋ ਗਏ ਹਨ। ਸ੍ਰੀ ਅਕਾਲ ਤਖਤ ਸਾਹਿਬ ਰਚ ਕੇ ਸਾਰੇ ਸਿੱਖਾਂ ਨੂੰ ਸ਼ਸਤਰ ਪਹਿਨਾਤੇ ਹਨ, ਉਹ ਤੇਰਾ ਮੁਕਾਬਲਾ ਕਰਨਗੇ। ਇਹ ਸੁਣ ਕੇ ਬਾਦਸ਼ਾਹ ਨੂੰ ਬੜਾ ਸੰਸਾ ਹੋਇਆ
ਗਰੀਬ ਨਿਵਾਜ ਜੀ ਨੂੰ ਵਜ਼ੀਰ ਖਾਂ ਭੇਜ ਕਰਕੇ ਦਿੱਲੀ ਵਿੱਚ ਬੁਲਾਇਆ। ਆਈ ਉਹ ਦਿੱਲੀ ਵਿੱਚ ਆਏ ਸੱਚੇ ਪਾਤਸ਼ਾਹ ਮੁਲਾਕਾਤ ਸਤਿਗੁਰੂ ਜੀ ਦੇ ਨਾਲ ਕੀਤੀ। ਹਿੰਦੂ ਤੇ ਮੁਸਲਮਾਨਾਂ ਦੀ ਬਾਤ ਪੁੱਛਿਆ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਉਸ ਵੇਲੇ ਪੰਜਵੇਂ ਪਾਤਸ਼ਾਹ ਦਾ ਸ਼ਬਦ ਉਚਾਰਨ ਕੀਤਾ ਹੋਇਆ, ਕਾਰਨ ਕਰਨ ਕਰੀਮ, ਇਸ ਪ੍ਰਕਾਰ ਦੇ ਵਾਕ ਜਿਸ ਵਿੱਚ ਹਨ ਰਾਮਕਲੀ ਦੇ ਅੰਦਰ ਸ਼ਬਦ ਹਜ਼ੂਰ ਨੂੰ ਪੜ੍ਹ ਕੇ ਸੁਣਾਇਆ। ਇਹ ਤੇ ਕਬੀਰ ਸਾਹਿਬ ਦੀ ਬਾਣੀ, ਅੱਬਲ ਅੱਲੋ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜੋ ਉਪਜਿਆ ਕੌਣ ਭਲੇ ਕੋ ਮੰਦੇ। ਪਾਤਸ਼ਾਹ ਨੂੰ ਤਸੱਲੀ ਹੋ ਗਈ, ਭਾਵੇਂ ਉਤਰਾ ਲਿਬਾਸ ਗੁਰੂ ਸਾਹਿਬ ਦਾ ਯੋਧਿਆਂ ਵਾਲਾ ਹੈ, ਪਾਤਸ਼ਾਹੀ ਲਿਬਾਸ ਹੈ, ਪਰ ਸਿਧਾਂਤ ਗੁਰੂ ਨਾਨਕ ਵਾਲਾ ਹੀ ਹੈ। ਇਸ ਗੱਲ ਨੂੰ ਸੁਣ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਝੁਕ ਗਿਆ। ਫਿਰ ਉਸ ਵੇਲੇ ਬਾਦਸ਼ਾਹ ਦੇ ਤਾਈਂ ਚੰਦੂ ਨੇ ਚੁਗਲੀ ਕਰਕੇ ਕਿ ਗੁਰੂ ਸਾਹਿਬ ਜੀ ਨੂੰ ਪਾਤਸ਼ਾਹ ਤੋਂ ਸਾੜ ਸਤੀ ਚਿੰਬੜ ਰਹੀ ਹੈ। ਇਸ ਵਕਤ ਨਜੂਮੀਆਂ ਤੋਂ ਕਹਾ ਕਰਕੇ ਇੱਥੇ ਗਵਾਲੀਅਰ ਦੇ ਵਿੱਚ ਸਤਿਗੁਰੂ ਜੀ ਨੂੰ ਭੇਜਤਾ ਕਿ ਜੇ ਗੁਰੂ ਸਾਹਿਬ ਜਾਪ ਕਰਨ ਤੇਰੇ ਨਾਂ ਦਾ ਪਾਤਸ਼ਾਹ, ਫਿਰ ਤੂੰ ਛੇਤੀ ਰਾਜੀ ਹੋ ਸਕਦਾ ਹੈ। ਪਾਤਸ਼ਾਹ ਦਾ ਫਿੱਕਾ ਜਿਹਾ ਮੂੰਹ ਹੋਇਆ, ਢਿੱਲਾ ਜਿਹਾ ਹੋ ਕੇ ਮਈਨ ਦੇ ਟਿੱਲੇ ਸੱਚੇ ਪਾਤਸ਼ਾਹ ਦੇ ਪਾਸ ਪੁੱਜਿਆ। ਬੇਨਤੀ ਕੀਤੀ, ਹਜ਼ੂਰ ਮੈਂ ਆਪ ਨੂੰ ਖੇਚਲ ਦੇਣ ਲੱਗਾ, ਮੇਰੇ ਤੇ ਕਿਰਪਾ ਕਰੋ, ਮੇਰੇ ਸਰੀਰ ਦਾ ਕਸ਼ਟ ਜਿਵੇਂ ਮਿਟ ਜਾਵੇ। ਕਹਿਣ ਲੱਗੇ ਸੱਚੇ ਪਾਤਸ਼ਾਹ ਕੀ ਗੱਲ ਹੈ ਬਾਦਸ਼ਾਹ? ਇਹ ਮਹਾਰਾਜ ਮੈਨੂੰ ਸਾੜ ਸਤੀ ਨਜੂਮੀਆਂ ਨੇ ਕਿਹਾ ਆਈ ਹੋਈ ਅੱਜ ਤੋਂ ਸ਼ੁਰੂ ਹੋਈ ਹੈ, ਮੈਨੂੰ ਬੜਾ ਇਸ ਦਾ ਦੁੱਖ ਹੈ। 7.5 ਸਾਲ 3.5 ਸਾਲ ਇਸ ਪ੍ਰਕਾਰ ਮਹਾਰਾਜ ਚਿੰਬੜੀ ਰਹਿੰਦੀ ਹੈ। ਸਾਡੇ ਸਮਿਆਂ ਦੇ 2.5 3.5 4.5 5.5 6.5 7.5 ਸਾਲ ਦੀ ਇਹਦੀ ਬੁਨਿਆਦ ਹੁੰਦੀ ਹੈ। ਕਿਰਪਾ ਕਰੋ ਮਹਾਰਾਜ ਮੇਰਾ ਦੁੱਖ ਮਿਟ ਜੇ। ਹਜ਼ੂਰ ਹੱਸ ਕੇ ਕਹਿਣ ਲੱਗੇ ਬਾਦਸ਼ਾਹ ਸਾੜ ਸਤੀ ਜੀ ਤੇ ਆਈ ਹੈ, ਉਸੇ ਤੇ ਆਈ ਹੈ, ਤੇਰੇ ਤੇ ਨਹੀਂ ਆਈ, ਸੰਸਾ ਨਾ ਕਰ। ਪਰ ਫਿਰ ਬਾਦਸ਼ਾਹ ਨੇ ਨਿਰਾਸ਼ਾ ਹੋ ਗਿਆ ਕਿ ਮਹਾਰਾਜ ਆਪ ਜਾਣਾ ਨਹੀਂ ਚਾਹੁੰਦੇ। ਹਜ਼ੂਰ ਨੇ ਉਸ ਵੇਲੇ ਆਪਣਾ ਪੱਤ ਪਾਣ ਬਿਰਦ ਜਾਣ ਕੇ ਸਾਧ ਸੰਗਤ ਜੀ ਬਾਦਸ਼ਾਹ ਨੂੰ ਕਿਹਾ, ਚੰਗਾ ਬਾਦਸ਼ਾਹ ਅਸੀਂ ਗਵਾਲੀਅਰ ਜਾਂਦੇ ਹਾਂ। ਕਿਉਂ ਕਹਿ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਆਗਰੇ ਵਿੱਚ 500 ਸਿੱਖ ਜਿਹੜਾ ਨਾਲ ਘੋੜ ਚੜਿਆ ਸੀ, ਉਸ ਨੂੰ ਛੱਡ ਕੇ 5 ਸਿੱਖਾਂ ਨੂੰ ਨਾਲ ਲੈ ਕੇ ਭਾਈ ਜੇਠਾ ਜੀ, ਭਾਈ ਪ੍ਰਾਣਾ ਜੀ, ਭਾਈ ਲੰਗਾਹਾ ਜੀ ਅਤੇ ਭਾਈ ਪੈੜਾ ਜੀ ਅਤੇ ਭਾਈ ਬਿਰੀਆ ਜੀ, ਇਹਨਾਂ ਨੂੰ ਨਾਲ ਲੈ ਕੇ ਮਹਾਰਾਜ ਸਾਹਿਬ ਜੀ ਚੱਲ ਪਏ। ਇੱਥੇ ਜਿਹੜੇ ਗਵਾਲੀਅਰ ਦੇ ਕਿਲੇ ਵਿੱਚ ਪੁੱਜੇ ਹਨ, ਉਸ ਵੇਲੇ ਪਾਤਸ਼ਾਹ ਵੱਲੋਂ ਮਹਾਰਾਜ ਦਰੋਗਾ ਜੋ ਹਰਦਾਸ ਸੀ ਉਸ ਵਕਤ, ਉਹਦੇ ਤਾਂ ਹੀ ਕਿਹਾ ਪਾਤਸ਼ਾਹ ਨੇ ਕਿ ਗੁਰੂ ਸਾਹਿਬ ਦੀ ਚੰਗੀ ਤਰ੍ਹਾਂ ਸੇਵਾ ਕਰਨੀ, ਪਿਆਰ ਦੇ ਨਾਲ ਰੱਖਣਾ। ਮਹਾਰਾਜ ਉਦਾਸ ਨਾ ਕਿਵੇਂ ਹੋ ਜਾਣ, ਮੇਰੇ ਵਾਸਤੇ ਗੁਰੂ ਮਹਾਰਾਜ ਸਾਹਿਬ ਚਲੀਸਾ ਕਰਨਗੇ। ਇਉਂ ਕਹਿ ਕੇ ਪਾਤਸ਼ਾਹ ਨੇ ਜਦੋਂ ਭੇਜਿਆ ਤੇ 500 ਰੁਪਈਆ ਹਰ ਰੋਜ਼ ਦਾ ਕਿਹਾ ਕਿ ਮਹਾਰਾਜ ਲੰਗਰ ਵਾਸਤੇ ਆਇਆ ਕਰੇ। ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਇੱਥੇ ਆਏ। ਚੰਦੂ ਨੇ ਉਸ ਵੇਲੇ ਗੁਰੂ ਮਹਾਰਾਜ ਸਾਹਿਬ ਆਪ ਦਰੋਗੇ ਨੂੰ ਕਹਿ ਕੇ ਇੱਕ ਜ਼ਹਿਰੀਲੀ ਪੋਸ਼ਾਕ ਭੇਜੀ ਕਿ ਮਹਾਰਾਜ ਨੂੰ ਪਹਿਨਾ ਦਿਓ। ਦਰੋਗੇ ਨੇ ਮਹਾਰਾਜ ਦੇ ਪਾਸ ਜਾ ਕੇ ਬੇਨਤੀ ਕੀਤੀ, ਮਹਾਰਾਜ ਇਹਦਾ ਦੀਵਾਨ ਚੰਦੂ ਦਾ ਹੀ ਸਾਰਾ ਕਸੂਰ ਹੈ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਕੋਈ ਨਹੀਂ ਭਾਈ, ਆਪਦੇ ਕਰਮ ਦਾ ਫਲ ਭੋਗੇਗਾ, ਅਸੀਂ ਤਾਂ ਇੱਕ ਚਿੱਤ ਰਹਿਣ ਵਾਲੇ ਹਾਂ। ਇਹ ਜਦੋਂ ਬਚਨ ਗੁਰੂ ਸਾਹਿਬ ਨੇ ਕੀਤੇ, ਹਰਦਾਸ ਨੇ ਜਿਹੜੀ ਪੋਸ਼ਾਕ ਸੀ ਅੱਗ ਵਿੱਚ ਸਾੜ ਦਿੱਤੀ। ਗੁਰੂ ਮਹਾਰਾਜ ਸਾਹਿਬ ਨੂੰ ਪਹਿਨਾਉਣ ਤੋਂ ਬਹੁਤ ਭੈ ਕੀਤਾ ਇਸ ਨੇ। ਗੁਰੂ ਮਹਾਰਾਜ ਸਾਹਿਬ ਇੱਥੇ ਰਹੇ, ਹੋਰ ਬੜੇ ਯਤਨ ਕੀਤੇ ਚੰਦੂ ਨੇ, ਕੋਈ ਯਤਨ ਪੂਰਾ ਨਾ ਚੱਲਿਆ। ਭਾਈ ਹਰਦਾਸ ਜੀ ਮਹਾਰਾਜ ਸਾਹਿਬ ਦੇ ਅਨੁਸਾਰ ਹੋ ਕੇ ਪਾਤਸ਼ਾਹ ਦੀ ਆਗਿਆ ਕਰਕੇ ਰਹੇ। ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਸਾਹਿਬ ਜੀ 40 ਦਿਨ ਰਹੇ। 40 ਦਿਨ ਰਹਿਣ ਤੋਂ ਬਾਅਦ ਜਦੋਂ 42 ਦਿਨ ਹੋ ਗਏ, ਉਸ ਵੇਲੇ ਬਾਦਸ਼ਾਹ ਨੇ ਆਪ ਦੀ ਸੁਖ ਦੀ ਨੀਂਦ ਦੇ ਵਿੱਚ ਬਿਰਾਜਦੇ ਹੋਏ ਨੇ ਇਹਨਾਂ ਵਜ਼ੀਰਾਂ ਤੇ ਉਮਰਾਵਾਂ ਨੂੰ ਪੁੱਛਿਆ। ਉਮਰਾਵਾਂ ਤੋਂ ਚੰਦੂ ਨੇ ਕਹਾਤਾ ਕਿ ਬਾਦਸ਼ਾਹ ਗੁਰੂ ਸਾਹਿਬ ਉੱਥੇ ਬੈਠੇ, ਇਹਦੇ ਵੱਲੋਂ 500 ਰੁਪਇਆ ਜਾਂਦਾ, ਆਰਾਮ ਨਾਲ ਬੈਠੇ ਭਜਨ ਕਰਦੇ ਹੈ ਅਤੇ ਤੈਨੂੰ ਕੀ ਤਕਲੀਫ ਆ, ਉੱਥੇ ਹੀ ਬੈਠੇ ਰਹਿਣ ਦਿਓ। ਇਸ ਖਿਆਲ ਦੇ ਨਾਲ ਗੁਰੂ ਸਾਹਿਬ ਨੂੰ ਟਿਕਾਉਣਾ ਕੀਤਾ। ਇਸੇ ਸੰਸਦ ਨੂੰ ਲੈ ਕੇ ਕਈ ਤਰ੍ਹਾਂ ਲਿਖਿਆ ਜਾਏ, ਮਹਾਰਾਜ ਨੂੰ 12 ਸਾਲ ਇੱਥੇ ਰਹਿਣੇ ਲਿਖ ਦਿੱਤਾ ਹੈ। ਪਰ ਸਤਿਗੁਰੂ ਮਹਾਰਾਜ ਸਾਹਿਬ ਜੀ ਜੋ 42 ਦਿਨ ਇੱਥੇ ਰਹਿੰਦਿਆਂ ਨੂੰ ਹੋਏ, ਉਸ ਵੇਲੇ ਬਾਦਸ਼ਾਹ ਨੂੰ ਚੇਤਾ ਕਰਾਉਣ ਵਾਸਤੇ ਭਾਈ ਜੇਠਾ ਜੀ ਤੇ ਭਾਈ ਪ੍ਰਾਣਾ ਜੀ ਦੋਵੇਂ ਸ਼ੇਰ ਦਾ ਰੂਪ ਧਾਰ ਕੇ ਦਿੱਲੀ ਵਿੱਚ ਗਏ। ਦਿੱਲੀ ਵਿੱਚ ਜਿਸ ਵੇਲੇ ਗਏ, ਇਹਨਾਂ ਨੇ ਸ਼ੇਰ ਦਾ ਰੂਪ ਧਾਰ ਕਰਕੇ ਪਾਤਸ਼ਾਹ ਨੂੰ ਡਰਾਇਆ ਤੇ ਉਸ ਵਕਤ ਪਾਤਸ਼ਾਹ ਬਹੁਤ ਭੈਭੀਤ ਹੋਇਆ। ਕਹਿਣ ਲੱਗਾ ਜੀ ਸਾੜ ਸਤੀ ਆਈ ਹੈ। ਗੁਰੂ ਮਹਾਰਾਜ ਸਾਹਿਬ ਨੂੰ ਚੇਤੇ ਕੀਤਾ। ਸਤਿਗੁਰੂ ਜੀ ਨੇ ਆਪਣੇ ਹੱਥਾਂ ਵਿੱਚ ਰੁਮਾਲ ਪਕੜ ਕੇ ਉਹਨਾਂ ਦੋਹਾਂ ਸ਼ੇਰਾਂ ਦੀ ਸਹਾਇਤਾ ਕੀਤੀ ਇਹਦੀ। ਦੂਸਰੇ ਨਜੂਮੀਆਂ ਨੂੰ ਬੁਲਾ ਕੇ ਪੁੱਛਿਆ। ਨਜੂਮੀਆਂ ਨੇ ਕਿਹਾ ਪਾਤਸ਼ਾਹ ਸੁਪਨਾ ਜਿਹੜਾ ਹੁੰਦਾ ਹੈ ਇਹ ਸੁਪਨ ਅਵਸਥਾ ਹੁੰਦੀ ਹੈ। ਉਹ ਕਹਿੰਦਾ ਮੈਨੂੰ ਦਿਸਦੇ ਰਹੇ ਹੈ
ਇਹ ਸੁਪਨਾ ਕਹਿੰਦੇ ਰਹੇ। ਇਸ ਪ੍ਰਕਾਰ ਸਾਧ ਸੰਗਤ ਜੀ ਦੂਏ ਦਿਨ ਫੇਰ ਸ਼ੇਰਾਂ ਨੂੰ ਦਿਖਾਈ ਦਿੱਤੀ। ਪਾਤਸ਼ਾਹ ਬਹੁਤ ਭੈ ਭੀਤ ਹੋਇਆ। ਫਿਰ ਭਾਈ ਜੇਠਾ ਜੀ ਬੈਂਦ ਬਣ ਕੇ ਕਹਿਣ ਲੱਗੇ, ਪਾਤਸ਼ਾਹ ਤੇਰੇ ਦਿਲ ਦੇ ਵਿੱਚ ਇਹ ਧੋਖਾ ਹੈ, ਸੰਸਾਰ ਦੱਸਦਾ ਮੈਂ ਤੇ ਦਿਲ ਦੀ ਗੱਲ ਦੱਸਦਾ, ਕਿਸੇ ਰਾਏ ਨਾ ਲਈ ਮੈਨੂੰ ਪੁੱਛ। ਕੱਲੇ ਨੂੰ ਬਾਦਸ਼ਾਹ ਨੂੰ ਬੁਲਾ ਕੇ ਦੱਸਿਆ। ਕਹਿਣ ਲੱਗੇ, ਗੁਰੂ ਹਰਗੋਬਿੰਦ ਸਾਹਿਬ ਨੂੰ ਤੈਂ 40 ਦਿਨ ਦਾ ਇਕਰਾਰ ਕਰਕੇ ਭੇਜਿਆ ਸੀ, ਉਹਨਾਂ ਨੂੰ ਅੱਜ ਉੱਤੇ 42 ਦਿਨ ਤੋਂ ਉੱਤੇ ਹੋ ਗਏ ਹੈ। ਉਹਨਾਂ ਨੂੰ ਜੇ ਤੂੰ ਲਿਆਵੇਂ ਫਿਰ ਤੈਨੂੰ ਕੋਈ ਕਿਸੇ ਪ੍ਰਕਾਰ ਦਾ ਪੈ ਨਹੀਂ। ਇਹ ਸੁਣ ਕੇ ਬਾਦਸ਼ਾਹ ਨੇ ਵਜ਼ੀਰ ਖਾਨ ਨੂੰ ਭੇਜਿਆ ਸੱਚੇ ਪਾਤਸ਼ਾਹ ਦੇ ਲੈਣ ਵਾਸਤੇ। ਇੱਧਰ ਜਿਹੜੇ ਉਮਰ ਦੇ ਕੈਦੀ 52 ਰਾਜੇ ਸੰਸਾਰ ਸੰਗਤ ਜੀ, ਰਾਜਪੂਤ ਰਾਜੇ ਪਕੜ ਕੇ ਜਹਾਂਗੀਰ ਨੇ ਇੱਥੇ ਗਵਾਲੀਅਰ ਦੇ ਕਿਲੇ ਵਿੱਚ ਛੱਡੇ ਸੀ। ਉਮਰ ਕੈਦੀ ਸਨ, ਵੀ ਇੱਥੇ ਹੀ ਮਰ ਜਾਣ, ਇਹਨਾਂ ਨੂੰ ਛੱਡਿਆ ਨਾ ਜਾਵੇ। ਉਹ ਬੜੇ ਦੁਖੀ ਸਨ। ਨਹੀਂ ਤਾਂ ਨਜ਼ਰਬੰਦ ਹੁੰਦੇ ਜਿਹੜੇ ਹਾਕਮ ਹੁੰਦੇ ਜਾਂ ਰਾਜੇ ਹੁੰਦੇ ਹੈ, ਇਹਨਾਂ ਦੇ ਤੇ ਇੰਨਾ ਕਹਿਰ ਪਾਇਆ ਸੀ। ਗਲਾਂ ਵਿੱਚ ਇਹਨਾਂ ਦੇ ਜੰਜੀਰ ਪਾਏ ਹੋਏ ਸਨ ਅਤੇ ਪੈਰਾਂ 'ਚ ਲੋਹੇ ਦੀਆਂ ਬੇੜੀਆਂ ਪਾਈਆਂ ਹੋਈਆਂ ਸਨ ਅਤੇ ਆਪ ਤਹਿਖਾਨੇ ਜਿਹੜੇ ਡੂੰਘੇ 2-3 ਛੱਤਾਂ, ਉਹਨਾਂ 'ਚ ਕਿੱਲ ਗੱਡੇ ਹੋਏ ਹਨ ਜਿੱਥੇ ਪੈਰ ਨਾ ਸਕਣ ਉਹ ਰਾਜੇ। ਇੰਨੀ ਤਕਲੀਫ ਦਿੱਤੀ ਗਈ ਸੀ ਉਸ ਵਕਤ। ਇਹਨਾਂ ਰਾਜਿਆਂ ਨੂੰ ਕੈਦੀ ਕੀਤਾ ਗਿਆ ਸੀ। ਜਿੱਦਣ ਤੋਂ ਗੁਰੂ ਸਾਹਿਬ ਜੀ ਇੱਥੇ ਆਏ ਸਨ, ਸਤਿਗੁਰੂ ਜੀ ਨੇ ਆਪ ਪ੍ਰਸ਼ਾਦਾ ਛਕਣਾ, ਪਾਤਸ਼ਾਹ ਦੀ ਜਿਹੜੀ ਦਿੱਤੀ ਹੋਈ ਭੇਟਾ ਉਹਦੇ ਚੰਗੀ ਕਾਰ ਨਹੀਂ ਕੀਤਾ। ਭਾਈ ਜੇਠਾ ਤੇ ਪੁਰਾਣਾ ਜੀ ਉੱਥੇ ਠਠਿਆਰਾਂ ਦੇ ਘਰ ਜਾ ਕੇ ਕੁਝ ਕਿਰਤ ਕਰਿਆ ਕਰਦੇ, ਜੋ ਪੈਸੇ ਮਿਲਦੇ ਉਹਦਾ ਅੰਨ ਲਿਆ ਕੇ ਗੁਰੂ ਸਾਹਿਬ ਨੂੰ ਛਕਾਇਆ ਕਰਦੇ ਤੇ ਉਹ ਜਿਹੜਾ 500 ਰੁਪਇਆ ਆਉਂਦਾ ਉਹਦਾ ਕੜਾਹ ਪ੍ਰਸ਼ਾਦ ਕਰਕੇ ਉਹ ਸਾਰੇ ਕੈਦੀਆਂ ਨੂੰ ਗੁਰੂ ਸਾਹਿਬ ਜੀ ਦਵਾਉਣ ਲੱਗ ਗਏ। ਇਸ ਪ੍ਰਕਾਰ ਉਹ ਸਾਰੇ ਕੈਦੀਆਂ ਦੀ 40 ਦਿਨ ਬੜੀ ਭਾਰੀ ਤ੍ਰਿਪਤੀ ਹੋਈ, ਬਹੁਤ ਪ੍ਰਸੰਨ ਹੋਏ। ਆਸ ਰੱਖ ਬੈਠੇ ਕਿ ਗੁਰੂ ਮਹਾਰਾਜ ਸਾਹਿਬ ਸਾਨੂੰ ਹੁਣ ਛੁਡਾ ਕੇ ਲਿਜਾਣਗੇ। ਜਦੋਂ ਬਾਦਸ਼ਾਹ ਵੱਲੋਂ ਆਇਆ ਕਿ ਪਰਵਾਨਾ ਕਿ ਮਹਾਰਾਜ ਆਪ ਆ ਜਾਓ, ਉਸ ਵੇਲੇ ਇਹਨਾਂ ਸਾਰਿਆਂ ਨੇ 52 ਰਾਜਿਆਂ ਨੇ ਕੈਦੀਆਂ ਨੇ ਬੇਨਤੀ ਕੀਤੀ, ਮਹਾਰਾਜ ਜਾਂ ਤਾਂ ਸਾਨੂੰ ਲੈ ਚੱਲੋ ਨਾਲ ਤੇ ਨਹੀਂ ਤਾਂ ਸਾਨੂੰ ਕਿਸੇ ਨੂੰ ਛਡਾਉਣਾ ਨਹੀਂ, ਆਪ ਕਿਰਪਾ ਕਰੋ। ਉਸ ਵੇਲੇ ਗੁਰੂ ਸਾਹਿਬ ਧੀਰ ਸੀ ਕਿ ਨਹੀਂ ਭਾਈ ਤੁਹਾਨੂੰ ਨਾਲ ਲੈ ਕੇ ਚੱਲਾਂਗੇ, ਸੰਸਾ ਨਾ ਕਰੋ। ਵਜ਼ੀਰ ਖਾਨ ਨੂੰ ਕਿਹਾ ਕਿ ਹੇ ਵਜ਼ੀਰ ਖਾਨ, ਗੱਲ ਇਹ ਅਸੀਂ ਚੱਲਣ ਨੂੰ ਤਾਂ ਤਿਆਰ ਹੈ, ਪਰ ਆ ਜਿਹੜੇ ਰਾਜੇ ਬੇਨਤੀ ਕਰਦੇ ਹੈ ਸਾਡੀ ਸ਼ਰਨ ਪੈ ਗਏ ਹੈ, ਸਾਡਾ ਬਿਰਦ ਹੈ ਜੋ ਸ਼ਰਨ ਆਵਾ ਤੇ ਕੰਠ ਲਾਵਾ, ਇਹ ਬਿਰਦ ਸਵਾਮੀ ਸੰਦਾ, ਅਸੀਂ ਹੁਣ ਇਹਨਾਂ ਨੂੰ ਛੱਡ ਕੇ ਨਹੀਂ ਜਾ ਸਕਦੇ, ਅਸੀਂ ਇੱਥੇ ਹੀ ਚੰਗੇ। ਬਾਦਸ਼ਾਹ ਨੂੰ ਕਹਿ ਦਿਓ। ਇਹ ਵਜ਼ੀਰ ਖਾਨ ਬੜਾ ਕਾਹਲੀ ਨਾਲ ਪੁੱਜਿਆ ਦਿੱਲੀ, ਜਾ ਕੇ ਬੇਨਤੀ ਕੀਤੀ ਕਿ ਪਾਤਸ਼ਾਹ ਗੁਰੂ ਸਾਹਿਬ ਤਾਂ ਆਉਂਦੇ ਨਹੀਂ, ਇਹ ਚੰਦੂ ਨੇ ਕਾਰਨਾਮੇ ਕੀਤੇ ਆ ਸਾਰੇ ਕਿ ਉਸ ਜੇ ਮਹਾਰਾਜ ਨੂੰ ਉਸ ਕਿਲੇ 'ਚ ਭੇਜਤਾ ਜਿੱਥੇ ਉਮਰ ਕੈਦੀ ਰਾਜੇ ਸੀ, ਉਹ ਸਾਰੇ ਸ਼ਰਨ ਪੈ ਗਏ ਆ ਮਹਾਰਾਜ ਦੀ। ਸਤਿਗੁਰੂ ਜੀ ਨੇ ਪਰਨ ਕਿਹਾ ਵੀ ਤੁਹਾਨੂੰ ਲੈ ਕੇ ਨਿਕਲਾਂਗੇ। ਸੋ ਉਹ ਸਤਿਗੁਰੂ ਸੱਚੇ ਪਾਤਸ਼ਾਹ ਜਿਆਦਾ ਪਰਨ ਪੂਰਾ ਕਰਨਗੇ ਜਾਂ ਉੱਥੋਂ ਨਹੀਂ ਆਉਂਦੇ। ਸੁਣ ਕੇ ਬਾਦਸ਼ਾਹ ਨੇ ਚਿਤਰਾਈ ਨਾਲ ਕਿਹਾ ਕਿ ਜਿਹੜੇ ਪੱਲਾ ਪਕੜ ਕੇ ਗੁਰੂ ਸਾਹਿਬ ਦੇ ਆ ਜਾਣ ਉਹ ਲਿਆ, ਇਹ ਕਹੋ ਮਹਾਰਾਜ ਨੂੰ। ਗੁਰੂ ਸਾਹਿਬ ਜੀ ਨੇ ਦੇ ਪਾਸ ਵਜ਼ੀਰ ਖਾਂ ਪੁੱਜਿਆ ਕਿ ਮਹਾਰਾਜ ਬਾਦਸ਼ਾਹ ਉਹ ਕਹਿੰਦਾ ਵੀ ਜੋ ਸਾਡਾ ਪੱਲਾ ਪਕੜ ਕੇ ਨਿਕਲੋ ਉਹਨੇ ਰਿਹਾ ਕਰ ਲਓ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਉਸ ਵੇਲੇ ਸਾਧ ਸੰਗਤ ਜੀ ਜਗਤ ਗੁਰੂ ਜੀ ਨੇ ਪਾਤਸ਼ਾਹ ਦੀ ਚਿਤਰਾਈ ਜਾਣ ਕੇ 50 ਕਲੀਆਂ ਵਾਲਾ ਚੋਗਾ ਗੁਰੂ ਸਾਹਿਬ ਜੀ ਉਹ ਐਸੋ ਕੁੜਾਣੀ ਵਿੱਚ ਮਹਾਰਾਜ ਦੀ ਯਾਦਗਾਰ ਉਹ ਪਿਆ ਹੈ, ਉਹ ਸੱਚੇ ਪਾਤਸ਼ਾਹ ਜੀ ਨੇ ਪਹਿਰਿਆ। ਪੈਰ ਕਰਕੇ ਆਪ ਤਿਆਰ ਹੋ ਗਏ। ਜਦੋਂ ਜੋੜਾ ਪਾ ਕੇ ਸੱਚੇ ਪਾਤਸ਼ਾਹ ਉਸ ਵੇਲੇ ਰਾਜਿਆਂ ਨੂੰ ਬੇਨਤੀ ਕੀਤੀ, ਮਹਾਰਾਜ ਕਹਿੰਦੇ ਆਓ ਭਾਈ ਤੁਸੀਂ ਪੱਲਾ ਪਕੜੋ ਸਾਡੇ। ਪੱਲਾ 50 ਰਾਜਿਆਂ ਨੂੰ ਸਾਧ ਸੰਗਤ ਜੀ 50 ਮਹਾਰਾਜ ਕਲੀਆਂ ਵਾਲਾ ਚੋਲਾ ਸੀ, ਬੜਾ ਖੁੱਲਾ ਸਤਿਗੁਰੂ ਦਾ। ਉਸ ਚੋਲੇ ਨੂੰ ਮਹਾਰਾਜ ਦਾ ਸਰੀਰ ਬੜਾ ਭਾਰੀ ਕੱਦ ਸੀ, ਉਸ ਚੋਲੇ ਨੂੰ ਫੜ ਕੇ ਖਹਿ ਕੇ ਖੜ ਗਏ 50 ਆਦਮੀ ਤੇ 2 ਰਹਿ ਗਏ। ਉਹ ਕਹਿੰਦੇ ਮਹਾਰਾਜ ਸਾਨੂੰ ਹੁਣ ਕਿਉਂ ਛੱਡ ਚੱਲੇ ਹੋ? ਉਸ ਵੇਲੇ ਸਿਪਾਹੀਆਂ ਨੇ ਘੂਰਿਆ ਕਿ ਗੁਰੂ ਸਾਹਿਬ ਦਾ ਪੱਲਾ ਕੋਈ ਵੇਲਾ ਨਹੀਂ, ਤੁਸੀਂ ਕਿੱਥੇ ਪਕੜੋਗੇ? ਉਸ ਵੇਲੇ ਗੁਰੂ ਸਾਹਿਬ ਹਾਕ ਮਾਰ ਕੇ ਆਓ ਤੁਹਾਡੇ ਵਾਸਤੇ ਵੀ ਹੈ। ਜਿਹੜੀਆਂ ਗੜਾਵੇਂ ਦੀਆਂ ਤਣੀਆਂ ਸੀ ਉਹ ਦੋਵੇਂ ਤਣੀਆਂ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਪਕੜਾ ਕੇ ਸਾਧ ਸੰਗਤ ਜੀ ਗਰੀਬ ਨਵਾਜ ਜੀ ਨੇ ਜੇਲ੍ਹ ਖਾਨਾ ਸਾਰਾ ਖਾਲੀ ਕਰ ਦਿੱਤਾ। ਗਰੀਬ ਨਵਾਜ ਜੀ ਨੇ ਇਸ ਪ੍ਰਕਾਰ ਗਵਾਲੀਅਰ ਚੋਂ ਉਹਨਾਂ ਲੋਕਾਂ ਦੇ ਤਾਈਂ ਉਹ ਰਾਜਿਆਂ ਤਾਈਂ ਜਿਹੜੇ ਉਮਰ ਕੈਦੀ ਸੀ, ਜਿਨ੍ਹਾਂ ਦੇ ਜੂਆਂ ਪਈਆਂ ਹੋਈਆਂ ਸੀ, ਜਿਨ੍ਹਾਂ ਦੇ ਬਾਸੇ ਫੜ ਚੁੱਕੇ ਸੀ, ਜਿਨ੍ਹਾਂ ਦਾ ਕਦੇ ਇਸ਼ਨਾਨ ਨਹੀਂ ਸੀ ਹੋਇਆ, ਜਿਹੜੇ ਆਪਣੇ ਪਰਿਵਾਰਾਂ ਤੋਂ ਵਿਛੜ ਚੁੱਕੇ ਸੀ, ਜਿਹੜੇ ਰਾਜ ਤੋਂ ਵਿਛੜ ਚੁੱਕੇ ਸਨ, ਜਿਨ੍ਹਾਂ ਦੀਆਂ ਰਿਆਸਤਾਂ ਸਾਰੀਆਂ ਬਾਦਸ਼ਾਹ ਨੇ ਕਬਜ਼ੇ ਕਰ ਲਈਆਂ ਸਨ, ਉਹਨਾਂ ਸਾਰਿਆਂ ਨੂੰ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਉਹਨਾਂ ਉਮਰ ਕੈਦੀਆਂ ਨੂੰ ਪੱਲਾ ਪਕੜਾ ਕੇ ਸਤਿਗੁਰੂ ਹਰਗੋਬਿੰਦ ਸਾਹਿਬ ਤੋਂ ਬਿਨਾਂ ਇਹੋ ਜਿਹਾ ਪਰਉਪਕਾਰ ਕੌਣ ਕਰ ਸਕਦਾ ਸੀ?
ਉਹਨਾਂ ਰਾਜਿਆਂ ਦੇ ਸਮੇਤ ਗੁਰੂ ਮਹਾਰਾਜ ਸਾਹਿਬ ਕਿਲੇ ਦੇ ਬੂਹੇ ਤੋਂ ਬਾਹਰ ਆਏ ਤੇ ਸਾਰਿਆਂ ਦੀਆਂ ਬੇੜੀਆਂ ਕਟਵਾਈਆਂ ਸੱਚੇ ਪਾਤਸ਼ਾਹ ਜੀ ਨੇ। ਉੱਥੇ ਦ੍ਰਿਸ਼ਟਾਂਤ ਦਿੱਤੇ ਹਨ ਕਿ ਜਿਵੇਂ ਚੰਦਰਮਾ ਦੇ ਨਾਲ ਤਾਰਿਆਂ ਦਾ ਮੰਡਲ ਹੁੰਦਾ ਹੈ, ਐ ਗੁਰੂ ਗੋਬਿੰਦ ਸਿੰਘ ਹਰਗੋਬਿੰਦ ਸਾਹਿਬ ਜੀ ਤਾਂ ਚੰਦਰਮਾ ਦੀ ਨਹੀਂ ਆਈ ਹੈ, ਰਾਜੇ ਸਾਰੇ ਤਾਰਿਆਂ ਦੀ ਨਹੀਂ ਪੱਲਾ ਪਕੜ ਕੇ ਨਾਲ ਆ ਰਹੇ। ਜਾਂ ਉਹ ਕਹੋ ਵੀ ਘੁਮਾਸਰ ਦੀ ਕੈਦ ਵਿੱਚੋਂ ਜਿਵੇਂ ਕ੍ਰਿਸ਼ਨ ਭਗਵਾਨ ਨੇ ਸਾਰੀਆਂ ਜਿਹੜੀਆਂ 16,000 ਰਾਜਿਆਂ ਦੀਆਂ ਲੜਕੀਆਂ ਕੈਦ ਕੀਤੀਆਂ ਹੋਈਆਂ ਸੀ, ਉਹ 20,000 ਪੂਰੀਆਂ ਕਰਕੇ ਉਹਨੂੰ ਵਿਆਹਣ ਦੀ ਪ੍ਰਤਿੱਗਿਆ ਕੀਤੀ ਸੀ। ਉਹਨਾਂ ਸਾਰਿਆਂ ਨੂੰ ਕ੍ਰਿਸ਼ਨ ਜੀ ਜਿਵੇਂ ਜੇਲ੍ਹ ਚੋਂ ਲੈ ਕੇ ਨਿਕਲੇ ਸਨ ਘੁਮਾਸਰ ਦੀ ਚੋਂ, ਅਤੇ ਇਸ ਪ੍ਰਕਾਰ ਜਿਵੇਂ ਗਿਆਨ ਸਿੰਘ ਦੀ ਕੈਦ ਵਿੱਚੋਂ ਰਾਜਿਆਂ ਨੂੰ ਕ੍ਰਿਸ਼ਨ ਜੀ ਨੇ ਛੁਡਾਇਆ ਸੀ, ਇਸ ਪ੍ਰਕਾਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੋਭਾ ਦੇ ਸਹਿਤ ਹੋ ਰਹੇ ਹੈ। ਉਹਨਾਂ ਰਾਜਿਆਂ ਨੂੰ ਪਕੜ ਕੇ ਸੱਚੇ ਪਾਤਸ਼ਾਹ ਲੈ ਕੇ ਬਾਹਰ ਗਵਾਲੀਅਰ ਦੇ ਕਿਲੇ ਤੋਂ ਨਿਕਲਿਆ ਹੈ ਸੱਚੇ ਪਾਤਸ਼ਾਹ। ਉਸ ਵੇਲੇ ਭਾਈ ਬੁੱਢਾ ਸਾਹਿਬ ਜੀ ਗੁਰੂ ਸਾਹਿਬ ਦੇ ਦਰਸ਼ਨ ਕਰ ਰਹੇ ਸਨ। ਇਸ ਪ੍ਰਕਾਰ ਸਾਧ ਸੰਗਤ ਜੀ ਗਰੀਬ ਨਵਾਜ ਜੀ ਨੇ ਇਹ ਆਪ ਦਾ ਨਾਮ ਬੰਦੀ ਛੋੜ ਸਤਿਗੁਰੂ ਦਾ ਸ਼ਬਦ ਆਇਆ ਹੈ, ਬੰਦੀ ਛੋੜ ਆਪ ਦਾ ਬਿਰਦ ਹੈ ਬੰਦੀ ਛੋੜ। ਇਉਂ ਗੁਰੂ ਸਾਹਿਬ ਜੀ ਨੇ ਜੇਲ੍ਹ ਖਾਨਾ ਸਾਰਾ ਖਾਲੀ ਕੀਤਾ। ਉਹ ਉਮਰ ਦੇ ਕੈਦੀ ਰਾਜਿਆਂ ਨੂੰ ਸੱਚੇ ਪਾਤਸ਼ਾਹ ਤੋਂ ਬਿਨਾਂ ਕੌਣ ਭਾਈ ਛੁਡਾ ਸਕਦਾ ਸੀ, ਸਤਿਗੁਰੂ ਤੋਂ ਬਿਨਾਂ ਐਸਾ ਉਪਕਾਰ ਕੌਣ ਕਰ ਸਕਦਾ ਸੀ, ਕੋਈ ਨਹੀਂ ਸੀ ਕਰ ਸਕਦਾ। ਉਸ ਵਕਤ ਸਾਧ ਸੰਗਤ ਜੀ ਫਿਰ ਸਾਰੀਆਂ ਦਿੱਲੀ ਵਿੱਚ ਲਿਜਾ ਕੇ ਇਹਨਾਂ ਦੇ ਜਿਹੜੇ ਰਾਜ ਸੀ ਉਹ ਸਾਰੇ ਸਤਿਗੁਰੂ ਜੀ ਨੂੰ ਦਵਾਏ। ਆਪਣੀ ਵੱਲੋਂ ਇੱਕ ਘੋੜਾ ਤੇ ਸਿਰੇ ਪਾ ਕੇ ਪੁਸ਼ਾਕੇ ਦਵਾਏ। ਇਸ ਪ੍ਰਕਾਰ ਹਿੰਦੀ ਤਰੀਕ ਲਿਖਿਆ ਅਕਾਲ ਤਖਤ ਸਾਹਿਬ ਆ ਕੇ ਸਾਰੇ ਰਾਜੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਝੁਕਦੇ ਰਹੇ ਜਿੰਨਾ ਚਿਰ ਜਿਉਂਦੇ ਰਹੇ। ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਆਪਣੀ ਸਿੱਖੀ ਵੀ ਬਖਸ਼ੀ, ਕਿਹਾ ਕਿ ਸਤਨਾਮ ਦਾ ਜਾਪ ਕਰਿਆ ਕਰੋ। ਇਸ ਪ੍ਰਕਾਰ ਉਹ 52 ਰਾਜਿਆਂ ਨੂੰ ਸਿੱਖੀ ਬਖਸ਼ੀ ਤੇ ਪਾਤਸ਼ਾਹ ਦੀ ਕੈਦ ਤੋਂ ਛੁਡਾਇਆ। आवो पहने गल मिल है अंक सहेलड़िया है, मिल के करे कहानियाँ समरथ कंत किया। परम सन्मानयोग गुरु सवारी साध संगत जी, हरमन प्यारे सिक्खी गुलदस्ता दर्शकों ते श्रोता जनों, निम्रता सहित फतेह अर्ज है जी। वाहिगुरु जी का खालसा वाहिगुरु जी की फतेह। जगत गुरु सतगुरु नानक देव जी महाराज जी का सिद्धांत ਅਤੇ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਨੂੰ ਸਮਝਣ ਵਾਸਤੇ ਗੁਰਬਾਣੀ 'ਚ ਲਿਖਿਆ ਹੈ ਕਿ ਕਥਾ ਕੀਰਤਨ ਸੁਖਦਾਈ, ਇਹ ਅਟਲ ਸੱਚਾਈ ਹੈ। ਗੁਰਬਾਣੀ ਨੂੰ ਰਾਗਾਂ 'ਚ ਉਚਾਰ ਕੇ ਹੁਕਮ ਕੀਤਾ ਕਿ ਗੁਣ ਗੋਬਿੰਦ ਗਾਵੋ ਸਭ ਹਰਜਨ, ਰਾਗ ਰਤਨ ਰਸਨਾ ਅਲਾਪ। ਸੋ ਕੁੱਲ ਮਿਲਾ ਕੇ ਸਿੱਖ ਇਤਿਹਾਸ ਅਤੇ ਗੁਰ ਇਤਿਹਾਸ ਦੀ ਗਹਿਰਾਈ ਨੂੰ ਸਮਝਣ ਵਾਸਤੇ ਪੁਰਾਤਨ ਅਤੇ ਅਜੋਕੇ ਸਮੇਂ ਦੇ ਮਹਾਨ ਕੀਰਤਨੀਆਂ ਦਾ ਕੀਰਤਨ, ਗੁਰਬਾਣੀ ਦੀ ਕਥਾ ਵਿਚਾਰ, ਧਾਰਮਿਕ ਗੀਤ, ਸ਼੍ਰੋਮਣੀ ਜਥਿਆਂ ਦੀਆਂ ਜੋਸ਼ੀਲੀਆਂ ਢਾਡੀ ਵਾਰਾਂ ਤੇ ਕਵੀ ਦਰਬਾਰ, ਉੱਚ ਕੋਟੀ ਦੇ ਕਵੀਸ਼ਰਾਂ ਦੇ ਖੋਜ ਭਰਪੂਰ ਪ੍ਰੋਗਰਾਮ ਸਰਵਣ ਕਰਨ ਲਈ ਸਿੱਖੀ ਗੁਲਦਸਤਾ ਚੈਨਲ ਨੂੰ ਸਬਸਕ੍ਰਾਈਬ ਅਤੇ ਲਾਈਕ ਕਰੋ ਜੀ, ਤੇ ਕਿਰਪਾ ਕਰਕੇ ਘੰਟੀ ਵਾਲਾ ਬਟਨ ਵੀ ਜ਼ਰੂਰ ਦਬਾ ਦਿਓ ਜੀ, ਤਾਂ ਕਿ ਨਵੇਂ ਤੋਂ ਨਵੇਂ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦੇ ਰਹਿਣ। ਤੁਹਾਡੇ ਸੋਹਣੇ ਸੋਹਣੇ ਸੁਝਾਅ ਅਤੇ ਆਸ਼ੀਰਵਾਦ ਦੀ ਸਖਤ ਲੋੜ ਹੈ ਜੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।